एसिडिटी ਨੂੰ बढ़ा ਦਿੰਦਾ स्ट्रेस ਔਰ स्ट्रेस ਜਿਹਨੇ ਲੈ ਲਿਆ ਬਿਮਾਰੀਆਂ ਵੱਧ ਗਈਆਂ ਕਿ ਯੈਸ ਅਲਕਲਿਨਿਟੀ ਨੂੰ ਡਾਊਨ ਕਰ ਦਿੰਦਾ। ਅਲਕਲਿਨਿਟੀ ਦਾ ਡਾਊਨ ਹੋਣਾ ਅਗਰ ਮੁਸਲਸਲ ਬਹੁਤ ਦੇਰ ਤੱਕ ਰਹੇਗਾ, ਇੱਕ ਤਾਂ ਤੁਹਾਨੂੰ ਬਾਰ-ਬਾਰ ਬੁਖਾਰ ਚੜਨਗੇ, ਇਨਫੈਕਸ਼ਨਸ ਹੋਣਗੀਆਂ ਬਾਰ-ਬਾਰ, ਔਰ ਅਗਰ ਇਹ ਕੈਫੀਅਤ ਤੁਸੀਂ ਉਹਦੇ ਵਿੱਚ ਜ਼ਿਆਦਾ ਮਿੱਠੀਆਂ ਚੀਜ਼ਾਂ ਔਰ ਆਈਸਕ੍ਰੀਮਾਂ, ਬੋਤਲਾਂ ਔਰ ਇਹੋ ਜਿਹੀਆਂ ਚੀਜ਼ਾਂ ਬਹੁਤ ਯੂਜ਼ ਕਰਦੇ ਹੋ, ਪੇਨ ਕਿਲਰਸ, ਇਹ ਸਾਰਾ ਮਿਲ ਮਿਲਾ ਕੇ ਨਾ ਅੰਦਰ ਇੱਕ ਮੈਦਾਨ ਸੱਜ ਰਿਹਾ ਹੁੰਦਾ। ਉਹ ਮੈਦਾਨ ਜਿਹੜਾ ਨਾ ਫੇਵਰੇਬਲ ਕੰਡੀਸ਼ਨ ਹੁੰਦੀ ਹੈ ਕੈਂਸਰ ਦੇ ਫੁੱਟਣ ਵਿੱਚ। ਕੈਂਸਰ ਦੇ ਸੈੱਲ ਹਰ ਇੱਕ ਇਨਸਾਨ ਵਿੱਚ ਹੁੰਦੇ ਨੇ, ਮੇਰੇ ਵਿੱਚ ਵੀ ਨੇ, ਤੁਹਾਡੇ ਵਿੱਚ ਵੀ ਨੇ, ਮਗਰ ਉਹ ਸੁੱਤੇ ਰਹਿੰਦੇ ਨੇ। ਜਦੋਂ ਕੋਈ ਉਹਨੂੰ ਫੇਵਰੇਬਲ ਇਨਵਾਇਰਮੈਂਟ ਮਿਲਦਾ ਨਾ, ਮਸਲਨ ਕੈਂਸਰ ਕੀ ਹੈ, ਟੂ ਮੱਚ ਗਲੂਕੋਜ਼ ਔਰ ਸ਼ੂਗਰ ਇਨ ਯੋਰ ਸਿਸਟਮ, ਟੂ ਮੱਚ। ਅਸੀਂ ਮਿੱਠੀਆਂ ਸ਼ੈਮਾਂ ਖਾਂਦੇ ਪੀਂਦੇ ਜਾਂਦੇ ਹਾਂ, ਦਗੜ ਦੂਸ, ਠੀਕ ਹੈ, ਜਾਂ ਫਿਰ ਐਸਾ ਮਿੱਠਾ ਇਸਤੇਮਾਲ ਕਰਨੇ ਆ ਜਿਹੜਾ ਸਾਡੇ ਖਿਆਲ ਵਿੱਚ ਮਿੱਠਾ ਹੀ ਨਹੀਂ ਹੈ। ਮਸਲਨ ਨਾਨ ਜਿਹਦੀ ਬੇਹੱਦ ਚੀਨੀ ਹੈ, ਉਹ ਇੱਕ ਐਸੇ ਕਾਰਬ ਨੇ ਜਿਹੜੇ ਬੋਡੀ ਦੇ ਅੰਦਰ ਜਾ ਕੇ ਨਾ ਉਹ ਬੜੇ ਹਾਈ ਲੈਵਲ ਆਫ ਗਲੂਕੋਜ਼ ਵਿੱਚ ਕਨਵਰਟ ਹੋ ਜਾਂਦੇ ਨੇ। ਯਾਨੀ ਇੱਕ ਨਾਨ ਵਿੱਚ 7.5 ਚਮਚ ਚੀਨੀ ਜੇ, ਔਰ ਇੱਕ ਡਬਲ ਰੋਟੀ ਦੇ ਪੀਸ ਵਿੱਚ 4 ਚਮਚ ਚੀਨੀ ਜੇ। ਸੋਚ ਲਓ ਤੁਸੀਂ, 4 ਚਮਚ ਚੀਨੀ ਅਤੇ ਨਾਨ ਵਿੱਚ 7.5 ਚਮਚ। ਹਰ ਬੰਦਾ ਕਮ ਅਜ਼ ਕਮ 2 ਨਾਨ ਤੇ ਖਾਂਦਾ ਹੀ ਹੈ, 1.5-2 ਨਾਨ ਤੇ ਖਾ ਹੀ ਜਾਂਦਾ। ਤੇ ਨਾਦਰ ਵਰਗੇ ਤੇ 8-9 ਖਾਣੇ ਲੋਕ ਚੱਕਦਿਆਂ ਖਾ ਜਾਂਦੇ ਨੇ, ਠੀਕ ਹੈ, ਰੋਟੀ ਬਾਅਦ ਸ਼ੁਰੂ ਕਰਦੇ ਨੇ। ਲਿਹਾਜ਼ਾ ਗਲੂਕੋਜ਼ ਲੈਵਲ ਦੇਖੋ ਕਿਸ ਕਦਰ ਸ਼ੂਟ ਤੇ ਹੁੰਦੇ ਨੇ। ਓਕੇ, 2 ਘੰਟੇ ਬਾਅਦ ਕਿਸ ਦਿਨ ਖਾਣਾ ਖਵਾ ਕੇ ਨਾ ਨਾਦਰ ਦੀ ਸ਼ੂਗਰ ਦਾ ਹਿਸਾਬ ਕਿਤਾਬ ਕਿਸ ਲਈ ਟੈਸਟ ਕਰਾ ਕੇ ਦੇਖਣਾ, ਤੇ ਤੁਹਾਡੀਆਂ ਸਾਰਿਆਂ ਦੀਆਂ ਅੱਖਾਂ ਪੱਟ ਕੇ ਨਾ ਇਸਲੇ ਪਾਸੇ ਜਾ ਨਿਕਲਣੀਆਂ ਜਾਂ ਬਾਹਰ ਆ ਜਾਣੀਆਂ। ਉਹ ਇਹ ਰੋਲਾ ਵਾ। ਅੱਛਾ, ਇਹ ਸਾਰੀਆਂ ਚੀਜ਼ਾਂ, ਇਹਨਾਂ ਚੀਜ਼ਾਂ ਨਾਲ ਐਸਿਡਿਟੀ ਵੱਧਦੀ। ਇਹ ਕੈਫੀਅਤ ਜਦੋਂ ਦਿਨਾਂ, ਹਫ਼ਤਿਆਂ ਔਰ ਮਹੀਨਿਆਂ ਦੇ ਹਿਸਾਬ 'ਤੇ ਚੱਲਦੀ ਰਹਿੰਦੀ ਹੈ ਨਾ, ਉਹ ਚੀਜ਼ ਕਨਵਰਟ ਹੋ ਜਾਂਦੀ ਹੈ ਕਿਹਦੇ ਵਿੱਚ, ਕੈਂਸਰ ਵਿੱਚ। ਇੱਕ ਹੋਰ ਚੀਜ਼ ਬੜਾ ਉਹਦੇ 'ਚ ਪੇ ਕਰਦੀ ਹੈ, ਮੈਂ ਦੱਸਿਆ ਨਾ, ਸਟ੍ਰੈਸ ਹੈ, ਐਨਜ਼ਾਇਟੀ ਹੈ, ਜਾਂ ਗੁੱਸਾ ਵੇ, ਜਾਂ ਇਸ ਕਿਸਮ ਦੀ ਕੈਫੀਅਤ ਨੇ ਨਾ, ਉਹ ਫੇਵਰੇਬਲ ਇਨਵਾਇਰਮੈਂਟ ਮਿਲ ਜਾਂਦਾ। ਉਹਦੇ 'ਚ ਤੁਸੀਂ ਖਾਣ ਪੀਣ 'ਚ ਵੀ ਮਿੱਠੇ ਦੇ ਸ਼ੌਕੀਨ ਔਰ ਐਸੀਆਂ ਚੀਜ਼ਾਂ ਜਿਨ੍ਹਾਂ 'ਚ ਕਾਰਬੋਹਾਈਡਰੇਟ ਬਹੁਤ ਨੇ, ਚਾਹੇ ਚੀਨੀ ਪਈ ਹੈ ਚਾਹੇ ਨਹੀਂ ਪਈ, ਠੀਕ ਹੈ। ਤੋ ਨਤੀਜਾ ਕੀ ਹੁੰਦਾ, ਸਿਸਟਮ ਵਿੱਚ ਗਲੂਕੋਜ਼ ਬਹੁਤ ਜ਼ਿਆਦਾ, ਉਹ ਗਲੂਕੋਜ਼ ਜਿਹੜੀ ਹੈ ਨਾ ਬੋਡੀ ਦੇ ਮਾਈਟੋਕੌਂਡਰੀਆ ਨੂੰ, ਜਿਹੜਾ ਕਿ ਸਾਡੇ ਪਾਵਰ ਹਾਊਸ ਨੇ ਨਾ, ਬੋਡੀ ਦੇ ਪਾਵਰ ਹਾਊਸ, ਉਹਨਾਂ ਨੂੰ ਅਸਰਅੰਦਾਜ਼ ਹੋਣੇ ਸ਼ੁਰੂ ਹੋ ਜਾਂਦੇ। ਉਹ ਪਾਵਰ ਹਾਊਸ ਹੌਲੀ ਹੌਲੀ ਬਹਿਣਾ ਸ਼ੁਰੂ ਹੋ ਜਾਂਦੇ ਨੇ। ਐਨਰਜੀ ਸੈਂਟਰ, ਮਰੀਜ਼ ਕਹਿੰਦਾ ਯਾਰ ਮੈਂ ਤਾਂ ਬੜੀ ਤਗੜੀ ਖੁਰਾਕ ਖਾਣਾ, ਮੇਰੇ ਅੰਦਰ ਕਮਜ਼ੋਰੀ ਕਿਉਂ ਨਿਕਲ ਜਾਂਦੀ, ਅੰਦਰ ਕਮਜ਼ੋਰੀ ਰਹਿੰਦੀ। ਮੈਂ ਜਿਹੜੀ ਯਾਨੀ ਖੁਰਾਕਨ ਗਜ਼ਾ ਔਰ ਇੰਨੀ ਗੋਸ਼ਤ ਔਰ ਇੰਨੇ ਖਾਣਾ ਵਾ, ਮੈਨੂੰ ਲੱਗਦਾ ਕਿਉਂ ਨਹੀਂ ਪਿਆ, ਇਸ ਵਾਸਤੇ ਉਹਨਾਂ ਦੇ ਅੰਦਰ ਇਨਸੂਲਿਨ ਦਾ ਰੈਜ਼ਿਸਟੈਂਸ ਬਹੁਤ ਹਾਈ ਹੈ। ਗਲੂਕੋਜ਼ ਬੋਡੀ ਦੇ ਅੰਦਰ ਜਾ ਨਹੀਂ ਪਾ ਰਿਹਾ, ਜ਼ਿਆਦਾ ਬਲੱਡ ਦੇ ਵਿੱਚ ਰਹਿ ਰਿਹਾ। ਜਦੋਂ ਇਹ ਮੁਸਲਸਲ ਰਹੇਗਾ, ਮਾਈਟੋਕੌਂਡਰੀਆ ਜਿਹੜਾ ਨਾ ਉਹ ਠੱਪ ਹੋਣਾ ਸ਼ੁਰੂ ਹੋਏਗਾ। ਜਿਹਨੇ ਤੁਹਾਨੂੰ ਬਿਜਲੀ ਪਹੁੰਚਾਉਣੀ ਹੈ ਜਾਂ ਪਾਵਰ ਪਹੁੰਚਾਉਣੀ ਹੈ, ਇੱਕ ਦਿਨ ਇਹ ਕੰਮ ਵੱਧ ਕੇ ਇੰਨਾ ਹੋ ਜਾਏਗਾ, ਮਾਈਟੋਕੌਂਡਰੀਆ ਬਹਿ ਜਾਣਗੇ ਠੱਪ, ਔਰ ਤੁਸੀਂ ਡਾਕਟਰਾਂ ਕੋਲ ਮਾਰੇ ਫਿਰੋਗੇ, ਪਤਾ ਲੱਗੇਗਾ ਅੱਲਾ ਰਹਿਮ ਕਰੇ ਨਾ ਕਰੇ ਸਾਰਾ ਸਭ ਕੈਂਸਰ ਹੋ ਗਿਆ। ਲਿਹਾਜ਼ਾ ਬਹੁਤ ਖੇਰ ਕਰੋ। ਹਾਂ, ਇਹਦੇ ਵਿੱਚ ਇੱਕ ਚੀਜ਼ ਔਰ ਬੜਾ, ਜਿਹੜੇ ਲੋਕ ਰਾਤ ਦੇਰ ਤੱਕ ਜਾਗਦੇ ਨੇ ਨਾ, ਉਹ ਸਮਝ ਲਓ ਹਿੱਟ ਲਿਸਟ 'ਤੇ ਆ ਜਾਂਦੇ ਮਸੂਈ ਰੋਸ਼ਨੀ। ਹੁਣ ਕਈ ਬੰਦੇ ਨੇ ਉਹ ਖੌਫ ਦੀ ਵਜ੍ਹਾ ਨਾਲ ਜਾਂ ਨਫਸਿਆਤੀ ਕੋਈ ਚੱਕਰ ਹੈ, ਉਹ ਰਾਤੀ ਬਗੈਰ ਬੱਤੀ ਬੁਝਾ ਦਿੰਦੇ, ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ। ਜਵਾਨ ਚੰਗੇ ਭਲੇ ਬੱਚਿਆਂ ਵਾਲੇ ਉਹ ਬੱਤੀ ਜਲਾ ਕੇ ਹੀ ਸੌਂਦੇ ਨੇ। ਮੈਂ ਗਰੰਟੀ ਨਾਲ ਦੇਖ ਲੈਂਦਾ, ਤੁਸੀਂ ਐਸੇ ਬੰਦੇ ਨੂੰ ਦੇਖ ਲਓ, ਕਿਸੇ ਨਾ ਕਿਸੇ ਵਕਤ ਵਿੱਚ ਉਹਨੂੰ ਕੈਂਸਰ ਜ਼ਾਹਿਰ ਹੋ ਜਾਏਗਾ। ਉਹਦੀ ਕੀ ਵਜ੍ਹਾ ਹੈ ਕਿ ਜਦੋਂ ਲਾਈਟ ਵਿੱਚ ਅਸੀਂ ਰਹਿੰਦੇ ਹਾਂ ਨਾ, ਅਤੇ ਸਾਡਾ ਮੈਲਾਟੋਨਿਨ ਨੇ ਤੁਹਾਨੂੰ ਕੈਂਸਰ ਤੋਂ ਬਚਾਉਣਾ ਹੁੰਦਾ, ਔਰ ਰੋਸ਼ਨੀ ਦੇ ਵਿੱਚ ਉਹ ਰਿਲੀਜ਼ ਹੀ ਨਹੀਂ ਹੁੰਦਾ। ਅਸੀਂ ਬੈਠੇ ਹਾਂ 1:30 2 ਵਜੇ ਤੱਕ, 3 ਵਜੇ ਤੱਕ TV 'ਤੇ, ਨੈਟਫਲਿਕਸ 'ਤੇ, ਮਨਾਜ਼ਰਿਆਂ 'ਤੇ, ਪਾਰਟੀਆਂ ਵਿੱਚ, ਅਤੇ ਬੋਡੀ ਦੀ ਕਲੀਨਜ਼ਿੰਗ ਕਰਨ ਵਾਲਾ ਮੈਲਾਟੋਨਿਨ ਰਿਲੀਜ਼ ਨਹੀਂ ਹੁੰਦਾ, ਉਹ ਸਿਰਫ ਹਨੇਰੇ ਵਿੱਚ ਹੁੰਦਾ। ਇਸ ਵਾਸਤੇ ਮੈਂ ਖਪਦਾ ਪਿੱਟਦਾ ਰਹਿਣਾ, ਬਾਈ ਆਲ ਮੀਨਸ 10 ਵਜੇ ਸੋ ਜਾ ਕਰੋ, ਦੁਨੀਆ ਨੂੰ ਲਾਨਤ ਪਾ ਦਿਆ।
ਸੋ ਜਾ ਕਰੋ ਕੁਪਨੇਰੇ ਵਿੱਚ। ਤੁਸੀਂ ਕਿਸਮ ਅੱਲਾ ਦੀ ਬੈਸਟ ਕੰਮ ਹੈ ਤੁਹਾਡੀ ਜ਼ਿੰਦਗੀ 'ਚ। ਤੁਸੀਂ ਵੀ 8:30 ਪੌਣੇ 9 ਸੋ ਜਾਂਦੇ ਔਰ ਇਹ ਕੰਮ ਕਰੋ, ਇਨਸ਼ਾਅੱਲਾ ਐਡੀ ਵੱਡੀ ਖੌਫਨਾਕ ਬਿਮਾਰੀ ਤੋਂ ਤੁਸੀਂ ਬਚ ਜਾਓਗੇ ਨਾ। ਔਰ ਇਹ ਇਕੱਲੀ ਨੇ ਇਹ ਨਹੀਂ ਹੈ, ਇਹਦੇ ਨਾਲ ਹੋਰ ਬੇਸ਼ੁਮਾਰ ਬਿਮਾਰੀਆਂ ਜਿਨ੍ਹਾਂ ਤੋਂ ਤੁਸੀਂ ਬਚ ਜਾਓਗੇ। ਇਹ ਬਿਮਾਰੀਆਂ ਦੀ ਮਾਂ ਹੈ। ਹਾਂ